हाँ जी, कंसंट्रेट। मेरा नवा टॉपिक है टू ड्रॉ इक्विपोटेंशियल सरफेसिस। इक्विपोटेंशियल सरफेस ड्रॉ करने मैं कादे करने वो देखो। इक्विपोटेंशियल सरफेस ਅਸੀਂ ਪਹਿਲਾਂ ਪੁਆਇੰਟ ਚਾਰਜ ਦੇ ਕਰਾਂਗੇ, ਫਿਰ ਅਸੀਂ ਪੁਆਇੰਟ ਚਾਰਜ ਦੇ ਸਿਸਟਮ ਦੇ ਕਰਾਂਗੇ, ਠੀਕ ਆ। ਫਿਰ ਉਸ ਤੋਂ ਬਾਅਦ ਅਸੀਂ ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਕਰਾਂਗੇ, ਠੀਕ ਆ। ਇਕੁਇਪੋਟੈਂਸ਼ੀਅਲ ਸਰਫੇਸ ਕਿਵੇਂ ਡਰਾ ਕਰਨੇ ਦੇਖਿਓ ਧਿਆਨ ਦੇ ਨਾਲ, ਬਹੁਤ ਇੰਟਰਸਟਿੰਗ ਆ ਔਰ ਬੜੇ ਆਸਾਨ ਆ। ਪੇਪਰ 'ਚ ਕੱਲੇ ਸਰਫੇਸ ਡਰਾ ਕਰਨੇ ਆ ਜਾਂਦੇ ਆ, ਸੌਖੇ ਬਹੁਤ ਆ। ਓਕੇ, ਤਾਂ ਦੇਖਿਓ ਧਿਆਨ ਦੇ ਨਾਲ। ਪਹਿਲਾ ਲਿਖਾਂਗੇ ਨੰਬਰ 1 4 ਪੁਆਇੰਟ ਚਾਰਜ। ਇੱਕ ਪੁਆਇੰਟ ਚਾਰਜ ਦੇ ਇਕੁਇਪੋਟੈਂਸ਼ੀਅਲ ਸਰਫੇਸ ਡਰਾ ਕਰ। ਮੰਨ ਲਓ ਆ ਪੋਜ਼ਿਟਿਵ ਚਾਰਜ ਹੈ ਮੇਰੇ ਕੋਲ ਐਂਡ ਇਟ ਇਜ਼ ਅ ਪੁਆਇੰਟ ਚਾਰਜ। ਮੈਨੂੰ ਦੱਸੋ ਪੋਜ਼ਿਟਿਵ ਦੀਆਂ ਫੀਲਡ ਲਾਈਨਾਂ ਕਿੱਧਰ ਨੂੰ ਜਾਂਦੀਆਂ? ਆਵਾਜ਼ ਨਹੀਂ ਆਈ। ਪੋਜ਼ਿਟਿਵ ਦੀਆਂ ਫੀਲਡ ਲਾਈਨਸ ਸਰ ਨੈਗੇਟਿਵ ਵੱਲ। ਨੈਗੇਟਿਵ ਵੱਲ ਨੂੰ, ਮਤਲਬ ਪੋਜ਼ਿਟਿਵ ਤੋਂ ਬਾਹਰ ਜਾਂਦੀ ਹੈ ਕਿ ਨਹੀਂ? ਯੈਸ ਸਰ ਜਾਂਦੀ ਹੈ। ਹਨਾ, ਪੋਜ਼ਿਟਿਵ ਤੋਂ ਬਾਹਰ ਵੱਲ ਨੂੰ ਜਾਂਦੀਆਂ ਫੀਲਡ ਲਾਈਨਸ। ਕਿੱਧਰ ਨੂੰ ਜਾਂਦੀਆਂ? ਪੋਜ਼ਿਟਿਵ ਤੋਂ ਬਾਹਰ ਵੱਲ ਨੂੰ। ਹੁਣ ਸਟੋਰੀ ਦੇਖਿਓ, ਜੇ ਪੋਜ਼ਿਟਿਵ ਤੋਂ ਬਾਹਰ ਵੱਲ ਨੂੰ ਫੀਲਡ ਲਾਈਨ ਜਾਂਦੀਆਂ ਇਟ ਮੀਨਸ ਮੈਂ ਕਿੱਦਾਂ ਦੀਆਂ ਡਰਾ ਕਰੂੰਗਾ? ਸਿਮੈਟ੍ਰਿਕ ਜਾਂਦੀਆਂ। ਸ਼ਾਬਾਸ਼। ਦੇਖੋ ਪੋਜ਼ਿਟਿਵ ਦੀਆਂ ਫੀਲਡ ਲਾਈਨਸ ਐਰੋ ਤੋਂ ਬਿਨਾਂ ਨਾ ਬਣਾਇਓ ਕੋਈ ਵੀ। ਪੋਜ਼ਿਟਿਵ ਦੀਆਂ ਫੀਲਡ ਲਾਈਨਸ ਬਾਹਰ ਵੱਲ ਨੂੰ ਜਾ ਰਹੀਆਂ। ਮੈਨੂੰ ਦੱਸੋ ਪੋਜ਼ਿਟਿਵ ਚਾਰਜ ਦੇ ਨੇੜੇ ਇਲੈਕਟ੍ਰਿਕ ਫੀਲਡ ਸਟਰੋਂਗ ਆ ਕਿ ਵੀਕ ਆ? ਦੱਸੋ ਬਈ। ਵੀਕ ਹੈ ਜੀ। ਜੇ ਅੱਛਾ ਚਪੇੜ ਨੇੜੇ ਜ਼ੋਰ ਨਾਲ ਵੱਜਦੀ ਕਿ ਦੂਰੋਂ? ਹੈ ਓਏ ਜਲਦੀ ਬੋਲ। ਦੂਰੋਂ ਹੀ ਆ ਗਿਆ ਨਾ ਲੈਣ ਤੇ ਫਿਰ। ਅੱਛਾ ਦੂਰੋਂ, ਵਾਹ ਬਾਈ ਵਾਹ। ਮੈਂ ਇੱਥੇ ਬੈਠਾ ਤੇਰੇ ਚਪੇੜ ਮਾਰੂੰਗਾ, ਤੈਨੂੰ ਸਮਝ ਨਹੀਂ ਆਈ ਹਜੇ ਤੱਕ? ਹੈ ਓਏ ਨਵੀਂ ਰਾਮਗੜੀਆ, ਕਹਾਣੀ ਸਮਝ ਆਉਂਦੀ ਹਜੇ ਵੀ ਨਹੀਂ ਆਉਂਦੀ? ਉਹ ਸਮਝ ਆ ਰਹੀ ਪੁੱਤ? ਆ ਗਈ। ਹਲ ਹਾਂ ਹੁਣ ਤਾਂ ਆਉਣੀ ਆ। ਆ ਜਾ। ਆ ਪੋਜ਼ਿਟਿਵ ਚਾਰਜ ਆ ਬੇਟੇ, ਤੇ ਪੋਜ਼ਿਟਿਵ ਚਾਰਜ ਦੇ ਨੇੜੇ ਇਲੈਕਟ੍ਰਿਕ ਫੀਲਡ ਸਟਰੋਂਗ ਹੋਊਗਾ। ਦੂਰ ਜਾਏਗਾ ਤੇ ਇਲੈਕਟ੍ਰਿਕ ਫੀਲਡ ਵੀਕ ਹੋ ਜਾਊਗਾ। ਪਤਾ ਲੱਗ ਰਿਹਾ? ਮੈਗਨੇਟ ਦੇ ਨੇੜੇ ਸਟਰੋਂਗ ਫੀਲਡ ਹੁੰਦਾ ਕਿ ਦੂਰ ਹੁੰਦਾ? ਹਾਂ ਨੇੜੇ ਹੀ। ਹਾਂ, ਟੀਚਰ ਤੋਂ ਡਰ ਕਲਾਸ 'ਚ ਲੱਗਦਾ ਕਿ ਉੱਥੇ ਗਲੀ ਦੇ ਵਿੱਚ ਵੀ ਲੱਗਦਾ? ਐ ਓਏ ਕਲਾਸ 'ਚ ਹੀ ਲੱਗਦਾ ਨਾ, ਗਲੀ ਦੇ ਵਿੱਚ ਤਾਕੜ ਵੀ ਜਾਂਦਾ ਬੰਦਾ ਹੈ। ਹੁਣ ਇੰਨੇ ਸਾਰੇ ਐਗਜ਼ਾਮਪਲ ਦੇਤੇ, ਹੋਰ ਕੀ ਚਾਹੀਦਾ ਤੈਨੂੰ? ਸਮਝ ਆ ਰਹੀ ਕਿ ਨਹੀਂ ਆ ਰਹੀ? ਆ ਜਾਓ। ਤਾਂ ਕੁੱਲ ਮਿਲਾ ਕੇ ਫੀਲਡ ਇੱਧਰ ਸਟਰੋਂਗ ਆ। ਕੱਲ ਮੈਂ ਇੱਕ ਗੱਲ ਬੋਲੀ ਪ੍ਰੋਪਰਟੀਜ਼ ਦੇ ਵਿੱਚ, ਕੀ ਗੱਲ ਬੋਲੀ ਕਿ ਜਿਹੜਾ ਫੀਲਡ ਆ ਜਿੱਥੇ ਸਟਰੋਂਗ ਆ ਉਸ ਫੀਲਡ ਦੇ ਵਿੱਚ ਇਕੁਇਪੋਟੈਂਸ਼ੀਅਲ ਸਰਫੇਸ ਕੋਲੇ ਕੋਲੇ ਹੋਣਗੇ, ਨੇੜੇ ਨੇੜੇ ਹੋਣਗੇ। ਜਿੱਥੇ ਵੀਕ ਇਲੈਕਟ੍ਰਿਕ ਫੀਲਡ ਆ ਉੱਥੇ ਇਕੁਇਪੋਟੈਂਸ਼ੀਅਲ ਸਰਫੇਸਿਸ ਦੂਰ ਹੋਣਗੇ। ਆ ਜਾਓ, ਆ ਦੇਖਿਓ ਜਿਹੜਾ ਤੇ ਰੀਜਨ ਨੇੜੇ ਆ ਇੱਥੇ ਤੇ ਇਕੁਇਪੋਟੈਂਸ਼ੀਅਲ ਸਰਫੇਸ ਕਲੋਜ਼ ਹੋਣਗੇ। ਇਹ ਗੋਲੇ ਆ, ਗੋਲੇ ਸਫੀਅਰ ਆ। ਮੈਨੂੰ ਨਾ ਆਖਿਓ ਬਾਅਦ ਚ, ਸਿਮੈਟਰੀ ਚ ਬਣਾਇਓ। ਗੈਪ ਵਧਾਈ ਜਾਓ ਜਿੱਦਾਂ ਜਿੱਦਾਂ ਦੂਰ ਜਾਓਗੇ। ਦੂਜੇ ਗੋਲੇ ਦਾ ਗੈਪ ਜ਼ਿਆਦਾ ਹੋ ਗਿਆ, ਤੀਜੇ ਗੋਲੇ ਦਾ ਗੈਪ ਹੋਰ ਜ਼ਿਆਦਾ ਹੋ ਗਿਆ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਸ ਤਰੀਕੇ ਦੇ ਨਾਲ ਅਸੀਂ ਇਕੁਇਪੋਟੈਂਸ਼ੀਅਲ ਸਰਫੇਸ ਡਰਾ ਕਰ ਸਕਦੇ ਹਾਂ। ਸਿਮੈਟਰੀ ਚ ਬਣਾਇਓ, ਥੋੜੇ ਜਿਹੇ ਸਿਮੈਟ੍ਰਿਕ ਨਹੀਂ ਬਣਿਆ ਮੇਰੇ ਤੋਂ, ਠੀਕ ਹੈ। ਆ ਗੈਪ ਵੱਧਦਾ ਜਾਊਗਾ, ਮਤਲਬ ਜਿੱਦਾਂ ਜਿੱਦਾਂ ਫੀਲਡ ਵੀਕ ਹੋ ਰਿਹਾ, ਜਿੱਦਾਂ ਜਿੱਦਾਂ ਫੀਲਡ ਵੀਕ ਹੋ ਰਿਹਾ ਉਦਾਂ ਉਦਾਂ ਉਹਦਾ ਗੈਪ ਵਧੀ ਜਾਂਦਾ। ਕੱਲ ਮੈਂ ਇੱਕ ਗੱਲ ਆਖੀ ਸੀ, E ਡਾਇਰੈਕਟਲੀ ਪ੍ਰੋਪੋਰਸ਼ਨਲ ਟੂ dV by dr, ਤਾਂ 1/dr ਬਣਦਾ ਜਾਂ ਨਹੀਂ ਬਣਦਾ? ਜੇ ਇਲੈਕਟ੍ਰਿਕ ਫੀਲਡ ਸਟਰੋਂਗ ਆ ਤੇ dr ਘੱਟ ਆ, ਗੈਪ ਘੱਟ ਆ ਇਕੁਇਪੋਟੈਂਸ਼ੀਅਲ ਸਰਫੇਸਿਸ ਦੇ ਵਿਚਕਾਰ। ਔਰ ਜੇ ਇਲੈਕਟ੍ਰਿਕ ਫੀਲਡ ਵੀਕ ਆ ਤੇ dr ਜ਼ਿਆਦਾ ਆ dr ਹੁੰਦਾ ਗੈਪ। ਇਲੈਕਟ੍ਰਿਕ ਫੀਲਡ ਵੀਕ ਵੱਲ ਨੂੰ ਤੁਰੇ ਜਾਓ ਤੇ dr ਵਧੀ ਜਾਊਗਾ। ਓਕੇ, ਇਲੈਕਟ੍ਰਿਕ ਫੀਲਡ ਘੱਟ ਤਾਂ dr ਜ਼ਿਆਦਾ। ਬਣਾ ਲਓ ਜਲਦੀ, ਸ਼ੇਰ ਬਣੋ। ਬਣਾ ਲਿਆ? ਥੰਬਸ ਅਪ ਕਰੋ। ਜੇ ਬਣਾ ਲਿਆ ਤਾਂ ਥੰਬਸ ਅਪ ਕਰ ਦੋ। ਆ ਜਾਓ। ਆ ਅੰਦਰ ਵਾਲੇ ਤੇ V1, ਦੂਜੇ ਵਾਲੇ ਤੇ V2, ਤੀਜੇ ਵਾਲੇ ਦਾ ਪੋਟੈਂਸ਼ੀਅਲ V3। ਮੇਰੇ ਘਰ ਦਾ ਰਾਜ ਆ, ਮੈਂ ਰੱਖ ਲਿਆ, ਇਹਨਾਂ ਦੇ ਨਾਮ ਰੱਖਤੇ V1 V2 V3, ਇਹਨਾਂ ਦੇ ਨਾਮ ਰੱਖਤੇ V1 V2 ਐਂਡ V3। ਮੈਨੂੰ ਦੱਸੋ ਵੱਡਾ ਪੋਟੈਂਸ਼ੀਅਲ ਕਿਹੜਾ? ਬੋਲ ਮੰਮੀ, ਵੱਡਾ ਪੋਟੈਂਸ਼ੀਅਲ ਬੋਲ।
V1 या V3? सर V1। क्वेश्चन नहीं करना, आंसर देना। हाँ V1। V1 ਵੱਡਾ, ਦੂਰ ਵੱਲ ਨੂੰ ਜਾਓਗੇ ਵੀਕ ਹੋਊਗਾ। ਡਾਇਗਰਾਮ ਦੇ ਕੋਲੇ ਲਿਖ ਲਿਓ V1 greater than V2 greater than V3। ਵੈਰੀ ਗੁੱਡ, ਸ਼ਾਬਾਸ਼, ਬਹੁਤ ਅੱਛੇ, ਪੜਨ ਵਾਲਾ ਬੱਚਾ ਹੈ, ਸੇਵਾ ਕਰਾ ਲੈਂਦਾ ਕਦੇ ਕਦੇ। ਆ ਜਾ, ਨੈਗੇਟਿਵ ਦਾ ਆਪਣੇ ਆਪ ਬਣਾਓ। ਆ ਨੈਗੇਟਿਵ ਚਾਰਜ ਆ, ਇਹਦੀਆਂ ਫੀਲਡ ਲਾਈਨਾਂ ਅੰਦਰ ਵੱਲ ਨੂੰ, ਨੈਗੇਟਿਵ ਦੀਆਂ ਫੀਲਡ ਲਾਈਨਸ ਅੰਦਰ ਵੱਲ ਨੂੰ। ਮੈਂ ਕੀ ਕਰਦਾ, ਮੈਂ ਇੱਥੇ SH ਸੈੱਟ ਕਰ ਦਿੰਦਾ, ਤੁਸੀਂ ਨਵਾਂ ਡਾਇਗਰਾਮ ਬਣਾ ਲਓ। ਮੈਂ ਇੱਥੇ ਨੈਗੇਟਿਵ ਕਰਤਾ ਤਾਂ ਐਰੋ ਜਿਹੜੀਆਂ ਐਰੋ ਅੰਦਰ ਵੱਲ ਨੂੰ ਹੋ ਜਾਣਗੀਆਂ, ਪਰ ਉਹਦੇ ਨਾਲ ਕੋਈ ਵੀ ਫਰਕ ਨਹੀਂ ਪੈਣਾ, ਡਾਇਗਰਾਮ ਸੇਮ ਦਾ ਸੇਮ ਰਹਿਣਾ। ਇੱਕ ਵੀ ਪੋਟੈਂਸ਼ੀਅਲ ਸਰਫੇਸ ਉਦਾਂ ਦੇ ਉਦਾਂ ਹੀ ਰਹਿਣਗੇ। ਇੱਥੇ ਮਾਈਨਸ ਦਾ ਚਾਰਜ ਲਿਖ ਦਿਓ ਔਰ ਐਰੋ ਅੰਦਰ ਵੱਲ ਨੂੰ ਸਾਰੀਆਂ, ਕਿਉਂਕਿ ਨੈਗੇਟਿਵ ਦਾ ਫੀਲਡ ਉਹਦੇ ਵੱਲ ਨੂੰ ਆਉਂਦਾ, ਨੈਗੇਟਿਵ ਦੀਆਂ ਫੀਲਡ ਲਾਈਨ ਉਹਦੇ ਵੱਲ ਨੂੰ ਆਉਂਦੀਆਂ ਐਰੋ ਨਾਲ। ਆ ਦੇਖੋ, ਨੈਗੇਟਿਵ ਦੀਆਂ ਫੀਲਡ ਲਾਈਨਸ ਉਹਦੇ ਵੱਲ ਨੂੰ ਆਉਂਦੀਆਂ। ਸ਼ਾਬਾਸ਼, ਥੋੜਾ ਜਿਹਾ ਮੈਂ ਵੱਡਾ ਕਰਕੇ ਦਿਖਾ ਦੇਣਾ ਡਾਇਗਰਾਮ ਨੂੰ। ਦੇਖੋ ਕਿੰਨਾ ਸੋਹਣਾ ਡਾਇਗਰਾਮ ਦਿਖ ਰਿਹਾ ਹੋਣਾ ਤੁਹਾਨੂੰ। ਪਤਾ ਲੱਗ ਗਿਆ? ਨਵੀਂ ਰਾਮਗੜੀਆ, ਹਾਰਟ ਜਿਹਾ ਨਾ ਬਣਾਇਆ ਕਰ, ਤੂੰ ਪੜ੍ਹ ਵੀ ਲਿਆ ਕਰ 4 ਅੱਖਰ। हाँ भाई, कंसंट्रेट। नेगेटिव दियां सेम सेम बना लो। आए पहले इक्विपोटेंशियल सरफेस, दूजा तीजा चौथा बनाओगे होर दूर जाऊगा, गैप बढ़ता जाऊगा। इक्वल डिस्टेंस से ना बना दो, देखो आ गैप घट आ ज्यादा, आ उस तो ज्यादा, गैप बढ़ता बनाओ। और V1 ग्रेटर देन V2 ग्रेटर देन V3 लिख दो। आ जाओ भाई, फिर 2 पॉइंट चार्जेस दे सिस्टम वास्ते आ जाओ। फॉर अ सिस्टम ऑफ कितने पॉइंट चार्जेस? बोलिया नहीं कोई। देखो, फॉर अ सिस्टम ऑफ 2 पॉइंट चार्जेस। की गल है, सारे गूंगे हैं कि आवाज नहीं आ रही है? क्यों भाई? ओ महाराज बोल दिया करो बाबेओ, हाँ हूं कर दिया करो, कोई हौसला जिहा रहिंदा बंदे नूं भी हाँ न्याणे नूं पढ़ाई जांदा मैं। बना रहा सी। अच्छा, बना भी दिता, वेरी गुड। आ जा फिर, तेरे डैडी का नंबर भेज दी मैनू। फॉर अ सिस्टम ऑफ 2 पॉइंट चार्जेस, मैं गल करनी है। a system of 2 point charges, 2 point charges ਦਾ ਸਿਸਟਮ। 2 point charges ਦੇ ਸਿਸਟਮ ਚ 2 ਤਰੀਕੇ ਹੋ ਸਕਦੇ ਆ। ਇੱਕ ਤਾਂ ਦੋਨੋਂ ਲਾਈਕ ਚਾਰजेस ਹੋ ਸਕਦੇ, ਇੱਕ ਅਨਲਾਈਕ ਚਾਰजेस ਹੋ ਸਕਦੇ ਆ। ਪਹਿਲਾਂ ਆਪਾਂ ਅਨਲਾਈਕ ਦਾ ਬਣਾ ਦੇਣੇ, ਫਿਰ ਆਪਾਂ ਲਾਈਕ ਦਾ ਬਣਾ ਦਾਂਗੇ। ਏਦਾਂ ਕਰ ਲਈਏ। ਇਹਦੇ ਵਿੱਚ ਐਰੋ ਲਾ ਕੇ ਲਿਖਿਓ for unlike charges। ਲਓ ਵੀ ਅਨਲਾਈਕ ਕਿਹੜੇ ਹੁੰਦੇ ਆ? ਅਨਲਾਈਕ ਚਾਰजेस ਹੁੰਦੇ ਜਿੱਦਾਂ ਇੱਕ +q ਤੇ ਦੂਸਰਾ, ਆਵਾਜ਼ ਨਹੀਂ ਆਈ, ਇੱਕ +q ਤੇ ਦੂਸਰਾ -q। ਇਹ ਅਨਲਾਈਕ ਆ। ਇੱਕ ਪੋਜ਼ਿਟਿਵ, ਦੂਜਾ ਨੈਗੇਟਿਵ। ਫੀਲਡ ਲਾਈਨਾਂ ਬਣਾਓ ਪਹਿਲਾਂ ਤਾਂ। ਇਹਦੀਆਂ ਫੀਲਡ ਲਾਈਨ ਤੁਹਾਨੂੰ ਪਤਾ ਨਾ ਸਾਰਿਆਂ ਨੂੰ, ਪਲੱਸ ਤੋਂ ਨਿਕਲਦੀਆਂ। ਹੁਣੇ ਮੈਨੂੰ ਕਿਹਨੇ ਦੱਸਿਆ ਸੀ? ਖੁਸ਼ਦੀਪ ਨੇ ਦੱਸਿਆ ਸੀ। ਮੈਨੂੰ ਤਾਂ ਚੇਤਾ ਭੁੱਲ ਜਾਂਦਾ। ਖੁਸ਼ਦੀਪ ਯਾਦ ਰੱਖਦੀ ਹੈ, ਹਨਾ, ਕੁੜੀ ਸਿਆਣੀ ਆ, ਪੜ੍ਹਨ ਵਾਲੀ ਹੈ। ਮਨਵੀਰ ਕੌਰ, ਤੈਨੂੰ ਸਮਝ ਆਉਂਦਾ ਕਿ ਨਹੀਂ ਆਉਂਦਾ? ਆਉਂਦਾ ਹੈ ਸਰ। ਮੇਰੀ ਬੇਇੱਜ਼ਤੀ ਨਾ ਕਰਾ ਦੀ। ਮੈਂ ਹੀ ਕਰਾਉਂਦੀ ਸਰ। ਆਹੋ, ਤੇਰੇ ਪਾਪਾ ਨੇ ਕਹਿਣਾ ਹੈਗਾ ਵੀ ਚੰਗੇ ਬੰਦੇ ਕੋਲੇ ਲਾਇਆ। ਨਹੀਂ ਨਹੀਂ ਸਰ, ਨਹੀਂ ਆ ਕਰਾਉਂਦੀ। ਜਾਓ। देखो भाई, एक खरबूजा किया है। खरबूजा खादा सारिਆਂ ने? ਇਹ ਖਰਬੂਜੇ ਦੇ ਪਰਲੇ ਪਾਸੇ ਵਾਲੀਆਂ ਫਾੜੀਆਂ ਸਾਨੂੰ ਦਿਖਦੀਆਂ ਨਹੀਂ, ਉਰਲੇ ਉਰਲੀਆਂ ਦਿਖਦੀਆਂ, ਪਰਲੀਆਂ ਨਹੀਂ ਦਿਖਦੀਆਂ। ਉਹ ਪਰਲੇ ਪਾਸੇ ਚਲੇ ਗਈਆਂ। ਸ਼ਾਬਾਸ਼।
जल्दी करो। हजे इक्विपोटेंशियल सरफेस कोई नहीं बनाया, हजे इक्विपोटेंशियल सरफेस कोई नहीं बनाया। मैंने ये दसो कि इस डायग्राम च स्ट्रॉन्ग फील्ड कित्थे आ, इन्हां दोनों चार्जेस दे विचाले या इधर वाले पासे ते इधर वाले पासे? स्ट्रॉन्ग फील्ड, शाबाश, यश, गुड, यश पढ़ के आया लगता अज। विचाले आ स्ट्रॉन्ग फील्ड आ वीक फील्ड आ। जे मैं इक्विपोटेंशियल सरफेस बनावा तो किदां दे बनणगे? इक्विपोटेंशियल सरफेस बनावा तो किदां दे बनणगे? देखियो, आ पहला, इधर गैप घट इधर ज्यादा, आ दूजा, इधर गैप घट इधर ज्यादा क्यों आ रहा? क्योंकि इधर फील्ड वीक आ, इधर की आ वीक फील्ड, इधर की आ वीक फील्ड, ते विचाले की आ? विचाले हैगा स्ट्रॉन्ग, स्ट्रॉन्ग फील्ड। शाबाश, बना दो जल्दी। देखो कितना सोहना डायग्राम बनाया, पसंद आ तुहाडे? पेंसिल नाल ना बनाउण लग, पेन नाल ही बनाने सारे डायग्राम, किते सोभा सिंह बन जाओ। इक्विपोटेंशियल सरफेस आ, होर बनादा कि बहुत है इन्हें? बहुत है जी। आवाज नहीं आ रही, बहुत है ना? हाँ जी। चंगी तरह चेक कर लो डायग्राम नूं, चंगी तरह चेक कर लो, देख लो, फिर ना आखियो मैनू। इक्विपोटेंशियल सरफेस, ठीक है, आ ब्लू वाले इक्विपोटेंशियल सरफेस आ। चलो भाई, ये अनलाइक सी, लाइक चार्जेस ते आ जाओ। दोनों पॉजिटिव दा और दोनों नेगेटिव दा डायग्राम सेम बनना, सिर्फ ते सिर्फ इलैक्ट्रिक फील्ड दियां एरो दा फर्क होगा। मैं तुहानूं एक डाईपोल जिहड़ा सी ओहदियां फील्ड लाइनां बनवाईयां होईयां, यानी कि पहला वाला डायग्राम जिहड़ा खरबूजा बनाया सी आपां, ओह तो बनवाया होया तुहानूं। हुण इस तो गांह वालीआं जिहड़ियां चीज़ां हैगीआं सिर्फ इक्विपोटेंशियल सरफेस ड्रॉ कीते, मैं इहदे विच होर नवां काम कोई नहीं कीता। हुण भी इदां ही करना, फॉर लाइक चार्जेस लिखो, रब कर दूं। आ जाओ, फॉर लाइक चार्जेस, लाइक चार्जेस दी स्टोरी। लाइक दा मतलब इक्को जे, दोनों पॉजिटिव, लाइक दा मतलब दोनों पॉजिटिव। इत्थे प्लस क्यू चार्ज, जोड़ना दिओ किते, इत्थे भी प्लस क्यू चार्ज। होया कि भी दोनों एक दूजे नूं अट्रैक्ट करनगे या रिपेल करनगे? जल्दी बोलो। रिपेल जी। रिपेल करनगे। तो फील्ड लाइन कदे भी एक दूजे नूं कटदियां तां है नहीं। तुहानूं आ डायग्राम बनवाया सी कि नहीं बनवाया सी थ्योरी च? क्यों भाई? इलैक्ट्रिक फील्ड वाले चैप्टर च तुहाडे याद होऊगा, ये फील्ड लाइन इहदा धक्का इदां रिपेल करदियां एक दूजे तो। इस तरीके का डायग्राम साडा हैगा फील्ड लाइनां दा, ड्रॉ कर। सिमेट्रिक बनायो, जिन्नियां फील्ड लाइन उपर आउनियां थले, इधर भी सिमेट्री। शाबाश, नहीं रीसा इन्हां दियां, है ना? बना दो। ये तो पता लगता भी दो चार्जेस एक दूजे नूं रिपेल करते हैं। ये तो पता लगता भी दो चार्जेस एक दूजे नूं रिपेल करते हैं। हो गया? हो गया। आ जाओ, मैंने दसो स्ट्रॉन्ग फील्ड किधर, इधर ही है विचाले?
स्ट्रॉन्ग 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 साइड ते या सेंटर च आ? जल्दी बोलो। साइडां ते सर, साइड ऐज ते। कर साइडां ते आ। स्ट्रॉन्ग फील्ड इधर, इधर भी स्ट्रॉन्ग, स्ट्रॉन्ग फील्ड, इधर भी लिख दो स्ट्रॉन्ग फील्ड, ते विचाले किहड़ा फील्ड आ? इत्थे वीक, वीक फील्ड। वीक फील्ड आ, बाद च लिख दूंगा, इत्थे लिख देना चल वीक, क्योंकि इत्थे मैं डायग्राम आना मेरा। आ जाओ, ਇਹਦਾ ਸਫੀਅਰ, ਹੁਣ ਸਫੀਅਰ ਨਹੀਂ ਰਹਿਣਾ ਬਿਕੋਜ਼ ਇਧਰ ਵਾਲੇ ਪਾਸੇ ਤਾਂ ਸਟਰੋਂਗ ਆ। ਦੇਖਿਓ ਇਧਰ ਚੈੱਕ ਕਰਿਓ, ਵੀਕ ਫੀਲਡ ਦੇ ਵਿੱਚ ਗੈਪ ਵੱਧ ਜਾਂਦਾ, ਇਕਵੀ ਪੋਟੈਂਸ਼ੀਅਲ ਸਰਫੇਸ ਦੂਰ ਦੂਰ ਹੋ ਜਾਂਦੇ ਆ, ਸਟਰੋਂਗ ਫੀਲਡ 'ਚ ਨੇੜੇ ਨੇੜੇ ਹੁੰਦੇ ਆ। ਸਮਝ ਆ ਰਹੀ ਕਿ ਨਹੀਂ ਆ ਰਹੀ? जल्दी बोलो, समझ आ रही कि नहीं आ रही? हुण होया की, हुण इस तो बाद होर तो फील्ड होर तो इत्थे बनदा नहीं विचाले कोई सरफेस। अगला सरफेस इन्हां दा कॉमन होऊगा, ओवरलैपिंग हो जूगी ते एक ही सरफेस बनूगा। समझ आ रही कि नहीं आ रही? समझ आ रही कि नहीं आ रही? कॉमन सरफेस बन गया। ये साडे कोले बेटा लाइक चार्जेस दे वास्ते सी, सेम डायग्राम अनलाइक चार्जेस वास्ते, यानी कि जे माइनस क्यू करना, सारा डायग्राम सेम। आ जिन्नियां भी एरो लाइयां जिहड़ियां बाहर वाल नूं जा रहीआं, ये सारियां दे मूंह अंदर वाल नूं कर दिओ, बाकी कोई डायग्राम च फर्क नहीं। ओके, ਤਾਂ ਇਹ ਸਾਡੇ ਕੋਲੇ ਬੇਟਾ ਇਕੁਈ ਪੋਟੈਂਸ਼ੀਅਲ ਸਰਫੇਸਿਸ ਸੀ, ਕਿਹਦੇ ਵਾਸਤੇ? ਡਾਈਪੋਲ ਵਾਸਤੇ। ਹੁਣ ਇਕੁਈ ਪੋਟੈਂਸ਼ੀਅਲ ਸਰਫੇਸ ਆਪਾਂ ਜਿਹੜਾ ਬਣਾਉਣਾ, ਉਹ ਬਣਾਉਣਾ ਬੇਟੇ यूनिफॉर्म इलैक्ट्रिक फील्ड वास्ते। ਇਹਦੇ ਵਾਸਤੇ ਬਣਾਉਣਾ, लिखो नंबर 3 पॉइंट फॉर यूनिफॉर्म इलैक्ट्रिक फील्ड। थर्ड पॉइंट रब कर दूं क्या? जल्दी बोलो, एक तो डायग्राम का पता नहीं लगता किन्ने बना लिया किन्ने नहीं बनाया। आ जाओ भाई, थर्ड पॉइंट है मेरा, लिखियो फॉर यूनिफॉर्म इलैक्ट्रिक फील्ड, फॉर यूनिफॉर्म इलैक्ट्रिक फील्ड, यूनिफॉर्म इलैक्ट्रिक फील्ड। मैं यूनिफॉर्म इलैक्ट्रिक फील्ड दे विच पता करना कि इक्वी पोटेंशियल सरफेस कितनी दूर बनते हैं। तो ध्यान नाल सुन लियो, जदों इलैक्ट्रिक फील्ड स्ट्रोंग होवे, फील्ड लाइन इक्वी पोटेंशियल सरफेस नेड़े नेड़े हुंदे आ। जदों इलैक्ट्रिक फील्ड वीक होवे, इक्वी पोटेंशियल सरफेस दूर दूर हुंदे आ। ते जदों इलैक्ट्रिक फील्ड कांस्टेंट होवे, इक्वी पोटेंशियल सरफेसिस यूनिफॉर्म डिस्टेंस ते हुंदे आ, यानी कि बराबर दी डिस्टेंस ते हुंदे आ। डायग्राम बनाओ, पहला मैं इक्वी पोटेंशियल सरफेस ही ड्रॉ कर देना। की ड्रॉ कर देना? इक्वी पोटेंशियल सरफेस। लो भाई, आ साडे कोल इक्वी पोटेंशियल सरफेस, ये 3 बनाए आ। ऐ ना समझो विंगे जे, हुण आपां इह 3D इफेक्ट पावांगे। देखो तुसीं, देखो किदां 3D इफेक्ट पैंदा। आ देखो अग लग गई है कि नहीं घैंट? आ जाओ, इलैक्ट्रिक फील्ड यूनिफॉर्म इक्वी पोटेंशियल सरफेसिस जिहड़े आ ਉਹ प्लेन होणगे, इक्वल डिस्टेंस ते होणगे, बराबर गैप ते होणगे, इक्वल डिस्टेंस ते होणगे, गैप सेम होऊगा।
मतलब जे आ डिस्टेंस r है तो आ डिस्टेंस भी r है। समझ आ रही गल कि नहीं आ रही? नंबर 2 एदा पोटेंशियल V1, एदा पोटेंशियल V2 और एदा पोटेंशियल V3। पोटेंशियल केदा बड़ा होगा? एदा मतलब है पोटेंशियल भी इक्वल होगा के? बोलो भाई, शेर बन जाओ, जल्दी बोलो। हाँ जी। हाँ जी एक आंसर आया, हाँ जी एक आंसर आया, हाँ जी। एक बंदे का ये बोलना है कि V1 इज इक्वल टू V2 इज इक्वल टू V3। और कोई आंसर बोलो। नमन कहती जी नो, फिर सही आंसर लिख, जल्दी बोलो। V1 V1 greater than V1 सब तो V2। बड़ा, हाँ ये जी। नवा आंसर ही आ गया। V1 ग्रेटर देन V2 ग्रेटर देन V3। एक लेस वाला रह गया, वो भी बोल दो कोई। लेस वाला रह गया, वो भी बोल दो कोई। ਤੁਸੀਂ दो आंसर दे रहे हैं मैनू पुत्रो। एक आंसर ਦੇ ਵਿੱਚ बोल रहे हैं V1 is equal to V2 is equal to V3, दूजे ਚ V1 greater than V2 greater than V3। ਤੁਹਾਡੇ ਨੌਲੇਜ ਦੇ ਵਾਸਤੇ ਦੱਸਦਾ ਕਿ ਮੈਂ ਤੁਹਾਨੂੰ ਇੱਕ ਸਵਾਲ ਲਿਖਵਾਇਆ ਸੀ E is equal to -dV/dr। ਇਹ ਗੱਲ ਕੱਲ ਲਿਖਵਾਈ ਸੀ ਕਿ ਨਹੀਂ ਲਿਖਵਾਈ ਸੀ? ਔਰ ਮੈਂ ਇਹ ਗੱਲ ਨਾਲ ਬੋਲੀ ਸੀ ਕਿ ਨੈਗੇਟਿਵ ਸਾਈਨ ਦੱਸਦਾ ਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ ਪੋਟੈਂਸ਼ੀਅਲ ਡਿਕਰੀਜ਼ ਹੁੰਦਾ ਕਿ ਇਨਕਰੀਜ਼ ਹੁੰਦਾ? ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਚ पोटेंशियल बढ़ता कि घटता? महाराज जल्दी बोलो। नवजोत डिक्रीज ਹੁੰਦਾ ਜੀ। डिक्रीज ਹੁੰਦਾ, घटता आ। ਇਹਦਾ मतलब ਇਹ ਆ ਵੀ ਆ V3 ਸਭ ਤੋਂ ਛੋਟਾ ਆ। ਆ ਆਨਸਰ ਤੁਹਾਡਾ ਸਹੀ ਆ, ਆਨਸਰ ਤੁਹਾਡਾ ਗਲਤ ਆ। ਨਵੀਂ ਰਾਮਗੜੀਆ ਧਿਆਨ ਕਰ ਲਈ। ਇਹ ਸਾਡੇ ਕੋਲੇ ਸੀ ਥੋੜਾ ਜਿਹਾ। ਇਹ ਸਾਰੇ ਦੇ ਸਾਰੇ ਇਕੁਇਪੋਟੈਂਸ਼ੀਅਲ ਸਰਫੇਸਿਸ ਬਹੁਤ ਇੰਪੋਰਟੈਂਟ ਆ। ਇਹ ਪੇਪਰ 'ਚ ਪੁੱਛ ਲਏ ਜਾਂਦੇ, ਡਰਾ ਕਰਨੇ ਆ ਜਾਂਦੇ ਆ। ਗਲਤ ਨਾ ਕਰ ਆਇਓ, ਦੱਸੀ ਜਾਣਾ ਤੁਹਾਨੂੰ ਪਹਿਲਾਂ ਹੀ। ਇਸ ਤੋਂ ਬਾਅਦ ਮੇਰਾ ਨਵਾਂ ਟੌਪਿਕ ਜਿਹੜਾ ਆ ਉਹ ਟੌਪਿਕ ਹੈਗਾ ਪੋਟੈਂਸ਼ੀਅਲ એનર્ਜੀ, ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ of the system of particles, electric system of particles। नवा टॉपिक, टॉपिक बड़ा इंटरेस्टिंग और 3 मार्क्स वास्ते पक्का सवाल। इक्विपोटेंशियल सरफेस चो 2 नंबर का सवाल है, इस तो वध है नहीं। इक्विपोटेंशियल सरफेस कितने नंबर का सवाल है पुत्रो? 2 नंबर का। ठीक है, आप हुण इक्विपोटेंशियल सरफेस दे 2 नंबर के सवाल नूं भी ओवरकम करना। ठीक है, हुण अपना 3 नंबर का सवाल आ जाओ। 3 नंबर का क्वेश्चन की आ? क्वेश्चन आ इलेक्ट्रोस्टैटिक पोटेंशियल एनर्जी। इलेक्ट्रोस्टैटिक पोटेंशियल एनर्जी, इलैक्ट्रिक पोटेंशियल एनर्जी भी कह सकते हैं, इलैक्ट्रोस्टैटिक पोटेंशियल एनर्जी भी कह सकते हैं। केदी? ऑफ अ सिस्टम ऑफ पार्टिकल्स, किसी पार्टिकल्स दे सिस्टम दी या चार्जेस दे सिस्टम दी। ठीक है, ऑफ अ सिस्टम ऑफ पॉइंट चार्जेस। बेटा पॉइंट चार्जेस दा सिस्टम आ, ओदी इलैक्ट्रिक पोटेंशियल एनर्जी मैं पता करनी है। पॉइंट चार्जेस दा सिस्टम आ, ओदी इलैक्ट्रिक पोटेंशियल एनर्जी पुत्रो असी पता करनी है। ओके, पॉइंट चार्जेस दे सिस्टम दी पोटेंशियल एनर्जी पता करनी है। पहली गल तां ये भी पोटेंशियल एनर्जी दी डेफिनेशन की है। ठीक है, पोटेंशियल एनर्जी तो फिर फाइंड करांगे ना जे पोटेंशियल एनर्जी दी डेफिनेशन आऊगी सानू। ठीक है ना, तो की आउंदी डेफिनेशन? ध्यान नाल सुन लियो। मेरे कोले बड़ा सिंपल फंडा, ध्यान नाल सुनो। मैं 4 या 5 पोजीशंस डिफाइन कीतियां, तुहानू सिंपल एग्जांपल दूंगा, फिक्र ना करो तुसीं। ठीक है, मान लो भी मेरे को बनाओ ना कुछ भी, पहला देखना तुसीं बनाओ कुछ ना।
मैं चाह वगैरह का नहीं कह रहा भी चाह ना बनाओ, ठीक है, कुछ नहीं बनाना, डायग्राम नहीं बनाना। मान लो मेरे को 4 पार्टिकल आ, पार्टिकल ए दी 1 की पोजीशन इत्थे आ बी आ पोजीशन सी आ पोजीशन डी आ। ए ते Q1, बी ते Q2, सी ते Q3 ते डी ते Q4, 4 चार्जेस दी पोजीशनां दित्तियां सानू। ओके, कहंदा जी पोटेंशियल एनर्जी दसो इस सिस्टम दी कितनी है, 4 पॉइंट चार्जेस दे सिस्टम दी पोटेंशियल एनर्जी। तो मैं किद्दां कैलकुलेट करना, बड़ा ही सौखा, बहुत आसान। ਅਸੀਂ ਕੀ ਕਰਾਂਗੇ, ਸਾਰੇ ਦੇ ਸਾਰੇ ਪੁਆਇੰਟ ਚਾਰजेस ਨੂੰ ਇੱਥੋਂ ਚੱਕਾਂਗੇ ਔਰ ਲਿਜਾ ਕੇ ਕਿੱਥੇ ਸੱਟ ਦਾਂਗੇ, ਇਨਫਾਈਨਾਈਟ। ਕਿੱਥੇ ਰੱਖ ਦਾਂਗੇ, ਇਨਫਾਈਨਾਈਟ। ਇਨਫਾਈਨਾਈਟ ਪੁਆਇੰਟ ਬਹੁਤ ਦੂਰ ਆ, ਉੱਥੇ ਮੈਂ 4 ਚਾਰਜ ਰੱਖਤੇ, Q1, Q2, Q3, Q4, ਚਾਰੋਂ ਰੱਖਤੇ। ਹੁਣ ਸਭ ਤੋਂ ਪਹਿਲਾਂ ਮੈਂ Q1 ਨੂੰ ਲੈ ਕੇ ਆਇਆ। ਜਦੋਂ ਮੈਂ Q1 ਨੂੰ ਇੱਥੇ ਲੈ ਕੇ ਆਇਆ ਤਾਂ ਮੈਨੂੰ ਦੱਸੋ ਕਿਸੇ ਨੇ ਇੱਥੇ ਆਉਣ ਵਾਸਤੇ ਇਹਨੂੰ ਅਪੋਜ਼ ਕੀਤਾ ਜਾਂ ਨਹੀਂ ਕੀਤਾ, ਦੱਸੋ ਜਲਦੀ ਦੱਸੋ, ਨਾਲ ਨਾਲ ਬੋਲੀ ਚਲਿਓ। ਕੀ ਕਿਸੇ ਹੋਰ ਨੇ ਇਹਨੂੰ ਅਪੋਜ਼ ਕੀਤਾ ਕਿ ਤੂੰ ਇੱਥੇ ਆ ਜਾਂ ਨਾ? ਕੋਈ ਅਪੋਜੀਸ਼ਨ ਵਾਲਾ ਬੰਦਾ ਸੀਗਾ? ਮੰਨ ਲਓ ਨਵਜੋਤ ਮੋਮੀ ਕੇ ਪਿੰਡ ਦੇ ਵਿੱਚ ਕਰਿਆਨੇ ਦੀ ਕੋਈ ਦੁਕਾਨ ਹੈ ਨਹੀਂ, ਠੀਕ ਹੈ, ਔਰ ਨਵਜੋਤ ਮੋਮੀ ਕਹਿੰਦਾ ਯਾਰ ਮੈਂ ਤਾਂ ਕਰਿਆਨੇ ਦੀ ਦੁਕਾਨ ਖੋਲੂੰਗਾ। ਲਓ ਬਈ ਨਵਜੋਤ ਮੋਮੀ ਨੇ ਦੁਕਾਨ ਖੋਲ ਲਈ, ਠੀਕ ਹੈ, ਮੈਨੂੰ ਦੱਸੋ ਵੀ ਇਹਦਾ ਸਾਹਮਣੇ ਕੋਈ ਕੰਪੀਟੀਟਰ ਸੀਗਾ? जल्दी बोलो, कोई कंपीटीटर नहीं सी। आ नवजोत मोमी आया बई, ये आके आपकी दुकान ते बह गया ते टौर नाल दी कमाई होने लगी चंगी वधिया, इहने ठीक है चंगा काम चला लिया। फिर की होया, फिर एक होर बंदे नूं पता लग्या, ठीक है, फिर एक होर बंदे नूं पता लग्या, मान लो भी वो यश नूं पता लग्या, मैनूं चाहीदा, मान लो यश नूं पता लग्या, ठीक है, यश कहता यार भी फलाने पिंड दे विच एक ही दुकान आ करियाने दी, ठीक है ना, तो मैं जाके उत्थे बह जा तो मेरा वधिया काम चल जाऊगा। लो जी यश आ गया, जदों यश आया तो हुण आ बैठा सी पहला, ये कहता भी अपना कंपीटीटर आ गया तो अपनी कमाई घटा दूगा। हुण मैनूं दसो भी इहनूं अपोज करूं कि नहीं करूं, धक्का मारू कि नहीं मारू? मारूगा जी, भावें जिद्दां मर्जी करे, भावें आपदे रेट डाउन करे, भावें लोकां दे विच गलत गल फैलावे, ठीक है बई नहीं उहनूं किहड़ी दुकान चलाउणी आउंदी आ, ठीक है ना, वो किहड़ा अज दा कल दा न्याणा, वो मैं पुराना चलदा, तुसीं मेरे नाल ही व्यवहार रखो। समझ आ रही गल कि नहीं आ रही? तां Q2 जदों इत्थे आया तां Q1 ने इहनूं अपोज कीता, जदों अपोजिशन होऊगी तां हुण Q2 नूं बैठण वास्ते जोर लाउणा पऊगा, वर्क करना पऊगा। गल पल्ले पै रही कि नहीं पै रही? समझ आ रही गल? मन लो वर्क होया W1, कितना वर्क होया? मान लो कोई भी वर्क होया W1 होया, ओके, फिर की होया, फिर 2 दुकानां खुल गई, यश ने इन्ना वर्क करके जोर जोर ला के इन्हें भी आपकी दुकान चला ली भी उत्थे। हुण पिंड च 2 दुकानां चल गई, कितनी चल गई? 2, ओके, फिर की होया, फिर Q3 आ गया, तीजा बंदा होर आ गया, गंडा सिंह आ गया। गंडा सिंह कहना मैं भी दुकान चलाउणी आ। जो गंडा सिंह कहना दुकान चलाउणी आ, ये कहता मैं तो आपकी दुकान इत्थे खोलूंगा। समझ आ रही गल कि नहीं आ रही? हुण जे इत्थे खोलूगा दुकान, हुण इहनूं अपोज करने वाले किन्ने बंदे बैठे इत्थे? जल्दी बोलो, 2 बैठे आ, एक तां बैठा यश, एक बैठा नवजोत सिंह मोमी। 2 बंदे कहंदे ये किदां साडे हुंदे दुकान चला लू, ये इकट्ठे हो जांदे आ, ये यूनीयन तैयार कर लैंदे आपदी, कहंदी यार आपां इकट्ठे हुंदे इहनूं टपाईए परे। हुण मैनूं दसो भी इहनूं इन्हां दोनां दे अगेंस्ट 2 वर्क करने पैणगे। एक वर्क तां इहदे अगेंस्ट W2 करना पऊगा, एक वर्क इहदे अगेंस्ट करना पऊ W3, 2 दे अगेंस्ट वर्क करके इहनूं इत्थे बैठना पऊगा। गल समझ आ रही कि नहीं आ रही? वो समझ भी आ रहा कि नहीं आ रहा? हाँ जी सर आ रहा है। लो जी चौथा बंदा होर कहंदा मैं तां आप दुकान खोलनी इसे पिंड च, ठीक है, उहनूं किन्नियां दे अगेंस्ट वर्क करना पऊगा? 3 दे अगेंस्ट। तां कुल मिला के जिन्ने पार्टिकल वधी जांदे आ, नवें आउण वाले पार्टिकल नूं उन्ना ही ज्यादा जोर लगूगा उत्थे सैट होण नूं। मेरी गल समझ रहे कि नहीं समझ रहे? क्या वो समझ आ रही कि नहीं आ रही? उन्ना ही जोर लगूगा, जिन्ने कंपीटीटर ज्यादा उन्ना ही जोर लगूगा। हुण तुसीं पढ़ रहे हैं, तुहाडे कंपीटीटर किन्ने तुसीं कदे सोचे आके
ਕਿੰਨੇ ਕੰਪੀਟੀਟਰ ਆ ਤੁਹਾਡੇ ਜਿਨ੍ਹਾਂ ਦੇ ਨਾਲ ਤੁਸੀਂ ਮੋਢਾ ਦੇ ਨਾਲ ਮੋਢਾ ਲਾ ਕੇ ਖੜੇ +2 ਦੇ ਵਿੱਚ। ਓਕੇ, ਔਰ ਤੁਹਾਡੇ ਉਹਨਾਂ ਦੇ ਨਾਲ ਜੰਗ ਆ ਪੂਰੀ। ਠੀਕ ਹੈ, ਜਿਹੜਾ ਅੱਗੇ ਟੱਪੂਗਾ ਉਹ ਕਾਮਯਾਬ ਹੋ ਜਾਊਗਾ। ਉਹ ਕੰਪੀਟੀਸ਼ਨ ਦੇ ਵਿੱਚ ਵੀ ਇਹੀ ਹਾਲ ਆ। ਡੈਸੀਮਲ ਦਾ ਫਰਕ ਪੈਂਦਾ, ਡੈਸੀਮਲ ਦਾ 0.1 0.01 0.001 ਦੇ ਨੰਬਰਾਂ ਦੇ ਹਿਸਾਬ ਦੇ ਨਾਲ ਜੇਈ ਮੇਨ ਦੀਆਂ ਨੀਟ ਦੀਆਂ ਸੀਟਾਂ ਵੰਡੀਆਂ ਜਾਂਦੀਆਂ। ਦੇਖੋ ਤੁਸੀਂ ਆ ਜਾਓ, ਤਾਂ ਇੱਥੇ 3 ਵਰਕ ਕਰਨੇ ਪੈ ਗਏ ਇਹਨੂੰ, ਇੱਕ W4, ਇੱਕ W5 ਤੇ ਇੱਕ W6। 4 ਪਾਰਟੀਕਲ। ਪਹਿਲੀ ਨੇ ਕੋਈ ਵਰਕ ਨਹੀਂ ਕੀਤਾ ਕਿਉਂਕਿ ਉਦੋਂ ਖਾਲੀ ਸੀ, ਇਕੱਲਾ ਹੀ ਸੀ, ਘਰ ਦਾ ਰਾਜ ਸੀ ਉਹਦਾ। ਜਿੱਦਾਂ ਪੁਰਾਣੇ ਜ਼ਮਾਨੇ 'ਚ ਫੜ ਕੇ ਪਟਵਾਰੀ ਲਾ ਦਿੰਦੇ ਸੀ ਬੰਦੇ ਨੂੰ, ਹਨਾ। 1980s ਦੇ ਵਿੱਚ ਕੀ ਹੁੰਦਾ ਸੀ ਵੀ ਜਿਹੜਾ 5 ਪੜ੍ਹਿਆ ਹੁੰਦਾ ਸੀ ਉਹਨੂੰ ਪਟਵਾਰੀ ਲਾ ਦਿੰਦੇ, ਕਹਿੰਦੇ ਇਹਨੂੰ ਪਟਵਾਰੀ ਲਾ ਦਿਓ ਯਾਰ, ਇਹ 5 ਪੜ੍ਹਿਆ, ਕਿਉਂਕਿ ਜ਼ਮੀਨ ਦੇ ਰਿਕਾਰਡ ਦੇ ਵਾਸਤੇ ਬਾਹਲੇ ਜ਼ਰੂਰੀ ਸੀ ਉਹ ਕੰਮ। ਔਰ ਅੱਜ ਦੀ ਡੇਟ 'ਚ ਕਿੰਨੇ ਕੰਪੀਟੀਟਰ ਹੋ ਗਏ ਨੇ, ਕਿਉਂਕਿ ਆਬਾਦੀ ਵੱਧ ਗਈ, ਕੰਪੀਟੀਟਰ ਹੋ ਗਏ। ਤੇ ਜਿਹੜਾ ਆ ਵਰਕ ਹੈਗਾ, ਕੀ ਇਹ ਵਰਕ ਵਧਿਆ ਕਿ ਨਹੀਂ ਵਧਿਆ, ਮੈਨੂੰ ਇਹ ਦੱਸੋ। ਔਰ ਤੁਹਾਨੂੰ ਸਟ੍ਰੈਸ ਫੀਲ ਵੀ ਹੁੰਦੀ ਇਸ ਗੱਲ ਦੀ। ਠੀਕ ਹੈ, ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਕਿਦਾਂ ਦਾ ਹੋਊਗਾ ਸਾਡਾ, ਡਰ ਲੱਗਦਾ ਨਾ। ਆ ਜਾਓ, ਸਾਰੇ ਦੇ ਸਾਰੇ ਵਰਕ ਨੂੰ ਜੋੜ ਦਿਓ, W1 W2 W3 W4 W5 W6 W7, ਜਿੰਨੇ ਵਰਕ ਹੈਗੇ ਸਾਰੇ ਦੇ ਸਾਰੇ ਜੋੜ ਦਿਓ। ਜਦੋਂ ਸਾਰੇ ਵਰਕ ਜੋੜਤੇ ਤੇ ਇਸ ਸਿਸਟਮ ਦੀ ਟੋਟਲ ਪੋਟੈਂਸ਼ੀਅਲ એનર્ਜੀ ਆ ਜਾਊਗੀ। ਪੁੱਤਰੋ ਗੱਲ ਕਲੀਅਰ ਹੋ ਰਹੀ ਕਿ ਨਹੀਂ ਹੋ ਰਹੀ? ਜੇ ਹਜੇ ਵੀ ਨਹੀਂ ਸਮਝ ਆਉਂਦੀ ਫਿਰ ਆਉਂਦੀ ਵੀ ਨਹੀਂ, ਇਹ ਵੀ ਦੱਸ ਦੇਣਾ ਮੈਂ। ਸਮਝ ਆ ਗਈ ਕਿ ਨਹੀਂ ਆਈ? ਇਹ ਸਿਸਟਮ ਦੀ ਕੀ ਆ? ਪੋਟੈਂਸ਼ੀਅਲ એનર્ਜੀ। ਕਿਹੜੀ એનર્ਜੀ ਆ ਗਈ? ਪੋਟੈਂਸ਼ੀਅਲ એનર્ਜੀ। ਡੈਫੀਨੇਸ਼ਨ ਲਿਖਿਓ, ਡੈਫੀਨੇਸ਼ਨ ਲਿਖੋ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ ਆਫ ਅ ਸਿਸਟਮ ਆਫ ਚਾਰਜ, ਪੁਆਇੰਟ ਚਾਰਜ। ਪੁਆਇੰਟ ਚਾਰजेस ਦੇ ਸਿਸਟਮ ਦੀ ਪੋਟੈਂਸ਼ੀਅਲ એનર્ਜੀ ਕੀ ਆ? ਲਿਖ ਦਿਓ। ਦ ਇਲੈਕਟ੍ਰਿਕ, ਇਲੈਕਟ੍ਰੋਸਟੈਟਿਕ ਤੇ ਇਲੈਕਟ੍ਰਿਕ ਇੱਕੋ ਗੱਲ ਹੀ ਆ। ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ of a system of point charges is equal to total work done, is equal to total work done या total amount of work done to bring all the charges, to bring all the charges, ਸਾਰੇ ਦੇ ਸਾਰੇ ਚਾਰजेस ਨੂੰ ਕਿੱਥੋਂ? to bring all the charges from, ਕਿੱਥੋਂ? from infinity to their respective positions, infinity ਤੋਂ ਉਹਨਾਂ ਦੀਆਂ respective positions ਤੇ ਲੈ ਕੇ ਜਾਣ ਵਾਸਤੇ ਜਿਹੜਾ ਟੋਟਲ ਵਰਕ ਕਰਨਾ ਪੈ ਜਾਂਦਾ ਉਹਨਾਂ ਦੀਆਂ। ਯਾਨੀ ਕਿ ਜੇ ਮੰਨ ਲਓ Q1 ਸੀ, ਉਹਨੂੰ A ਤੇ ਲੈ ਕੇ ਗਏ, ਉਹਦੀ ਪੋਜੀਸ਼ਨ ਹੈ ਨਾ ਉਹ। Q2 ਨੂੰ ਉਹਦੀ ਪੋਜੀਸ਼ਨ ਤੇ ਲੈ ਕੇ ਗਏ, Q3 ਨੂੰ ਉਹਦੀ ਪੋਜੀਸ਼ਨ ਤੇ ਲੈ ਕੇ ਗਏ, ਸਾਰੇ ਵਰਕ ਜੋੜ ਲਏ, ਉਹ ਸਾਡੀ ਪੋਟੈਂਸ਼ੀਅਲ એનર્ਜੀ। ਠੀਕ ਹੈ, देयर ਰਿਸਪੈਕਟਿਵ ਪੋਜੀਸ਼ਨਸ। ਲਿਖ ਲਿਓ ਬਈ, ਜਲਦੀ ਕਰੋ। ਹੁਣ ਅਸੀਂ ਕੀ ਕਰਨਾ? ਅਸੀਂ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ 2 ਪੁਆਇੰਟ ਚਾਰजेस ਦੇ ਸਿਸਟਮ ਦੀ ਫਾਈਂਡ ਕਰਾਂਗੇ, ਫਿਰ 3 ਪੁਆਇੰਟ ਚਾਰजेस ਦੇ ਸਿਸਟਮ ਦੀ ਫਾਈਂਡ ਕਰਾਂਗੇ। ਠੀਕ ਹੈ, ਤਾਂ ਲਿਖਿਓ ਐਰੋ ਲਾ ਕੇ, electric potential energy of a system of कितने charges? 2 point charges। 2 point charges ਦੇ सिस्टम ਦੀ electric potential energy of a system of 2 point charges, 2 point charges ਦੇ ਸਿਸਟਮ ਦੀ ਪੋਟੈਂਸ਼ੀਅਲ એનર્ਜੀ। ਇਨਫਿਨਿਟੀ ਦਾ ਖਾਸ ਖਿਆਲ ਰੱਖਿਓ। ਲਓ ਜੀ, 2 ਪੁਆਇੰਟ ਚਾਰजेस ਬਣਾ ਦੇਣਾ, ਇੱਕ ਸਿਸਟਮ ਬਣਾ ਲੈਣਾ ਮੈਂ। ਆ x ਐਕਸਿਸ ਆ ਜੀ, ਆ y ਆ z ਬਣਾ ਲਓ। ਇਹਦੇ ਵਿੱਚ 2 ਪੁਆਇੰਟ ਚਾਰਜ ਪਏ ਆ, ਇੱਥੇ Q1 ਪਿਆ, ਇੱਥੇ Q2 ਪਿਆ। ਦੋਨੋਂ ਦੇ ਵਿਚਕਾਰ ਦੀ ਡਿਸਟੈਂਸ r ਹੈ। ਕਿੰਨੀ ਹੈ? और मैं पता की करना है? मैं पता करना पोटेंशियल एनर्जी। सब तो पहला Q1 Q2, Q1 की पोजीशन है A, Q2 की पोजीशन है B। सब तो पहला इन्हों किथे ले जाइए? सब तो पहला काम किथे ले जाना? किथे ले जाना?
ਇਨਫਿਨਿਟੀ ਇਨਫਿਨਿਟੀ ਸਭ ਤੋਂ ਪਹਿਲਾ ਕੰਮ ਇਹਨਾਂ ਨੂੰ ਇਨਫਿਨਿਟੀ ਤੇ ਰੱਖ ਦਿਓ। ਹੁਣ ਇਨਫਿਨਿਟੀ ਤੋਂ ਲੈ ਕੇ ਆਵਾਂਗੇ। ਆ ਤਾਂ ਦੱਸਿਆ ਵੀ ਪੋਜੀਸ਼ਨਾਂ ਇਹਨਾਂ ਦੀਆਂ, ਤੁਸੀਂ ਤਾਂ ਨਾ ਇਹਨਾਂ ਨੂੰ ਹਟਾਇਓ ਇੱਥੋਂ, ਪਰ ਮੈਂ ਇੱਕ ਵਾਰ ਹਟਾਤਾ। ਮੈਂ ਇਹਨਾਂ ਨੂੰ ਇਨਫਿਨਿਟੀ ਲੈ ਗਿਆ। ਆਹ ਪੁਆਇੰਟ ਮੇਰਾ ਇਨਫਾਈਨਾਈਟ ਆ। ਇਨਫਾਈਨਾਈਟ ਪੁਆਇੰਟ ਤੋਂ Q1 ਨੂੰ ਮੈਂ ਇੱਥੇ ਲੈ ਕੇ ਆਇਆ ਤਾਂ ਵਰਕ ਹੋਇਆ W1। ਇੱਥੋਂ Q2 ਨੂੰ ਮੈਂ ਲੈ ਕੇ ਆਇਆ ਇੱਥੇ ਤੇ ਵਰਕ ਹੋਇਆ W2। ਦੋਨਾਂ ਦਾ ਜੋੜ ਕਰ ਦੂੰਗਾ, ਮੇਰਾ ਆਨਸਰ ਆ ਜਾਊਗਾ। ਆਹੀ ਮੇਰਾ ਆਨਸਰ ਹੈ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਇਹੀ ਮੇਰਾ ਆਨਸਰ ਹੈ। Q1 ਨੂੰ ਮੈਂ ਚੱਕ ਕੇ ਇੱਥੇ ਲੈ ਕੇ ਆਇਆ, Q1 ਦੀ ਪੋਜੀਸ਼ਨ ਆ ਗਈ। Q2 ਨੂੰ ਮੈਂ ਚੱਕ ਕੇ ਇੱਥੇ ਲਾਇਆ, Q2 ਆ ਗਿਆ ਸਾਡੇ ਕੋਲ ਇੱਥੇ ਇਸ ਜਗ੍ਹਾ ਤੇ। ਓਕੇ, ਦੋਨੋਂ ਵਰਕ ਨੂੰ ਸਮ ਕਰ ਦੂੰ, ਮੇਰਾ ਆਨਸਰ ਆ ਗਿਆ। ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਇਹ 'ਚ। ਲਿਖਿਆ? ਲਿਖੋ work done to bring charge Q1 from infinity to A। infinity ਤੋਂ A ਤੱਕ ਲੈ ਕੇ ਆਉਣ ਵਾਸਤੇ ਵਰਕ ਕਿੰਨਾ? W1 is equal to 0। ਇਹ W1 0 ਕਿਉਂ ਆਇਆ ਦੱਸਾਂ? Because there is no opposition to Q1। Because there is no opposition, कोई opposition है नहीं। There is no opposition to Q1। Q1 ਨੂੰ ਕੋਈ opposition है नहीं, ਕੋਈ ਧੱਕਾ ਨਹੀਂ ਮਾਰਦਾ ਇਹਨੂੰ। ਹੁਣ Q1 ਆ ਕੇ ਆਪਦੀ ਪੋਜੀਸ਼ਨ ਤੇ ਬਹਿ ਗਿਆ। ਹੁਣ ਵਾਰੀ Q2 ਦੀ। ਜਦੋਂ Q2 ਨੂੰ ਲਾਵਾਂਗੇ ਤਾਂ Q1 ਸੋਰਸ ਚਾਰਜ ਬਣ ਗਿਆ, ਇਹਦਾ ਏਰੀਆ ਬਣ ਗਿਆ, ਇਹ ਫੀਲਡ ਬਣ ਗਿਆ, ਤੇ ਫੀਲਡ ਦੇ ਵਿੱਚ Q2 ਨੂੰ ਲਿਆਵਾਂਗੇ ਤਾਂ Q2 ਟੈਸਟ ਚਾਰਜ ਹੋ ਗਿਆ ਕਿ ਨਹੀਂ ਹੋਇਆ? ਮੇਰੀ ਗੱਲ ਦੁਬਾਰਾ ਸਮਝਿਓ। Q1 ਤਾਂ ਥਾਂ ਤੇ ਬੈਠਾ, ਉਹਦੇ ਆਲੇ ਦੁਆਲੇ ਉਹਦਾ ਫੀਲਡ ਆ ਗਿਆ, ਤੇ Q2 ਨੂੰ ਜਦੋਂ ਲੈ ਕੇ ਆਵਾਂਗੇ ਤੇ ਇਹਦਾ ਫੋਰਸ ਇਹ ਫੀਲ ਕਰੂਗਾ, ਇਹ ਰਿਪਲਸ਼ਨ ਫੀਲ ਕਰੂਗਾ, ਕਿਉਂਕਿ ਇਹ ਟੈਸਟ ਚਾਰਜ ਦੀ ਤਰ੍ਹਾਂ ਬਿਹੇਵ ਕਰੂਗਾ Q2। ਓਕੇ, ਲਿਖ ਦਿਓ। ਇਹ ਤੇ 1 ਨੰਬਰ ਗੱਲ ਆ ਗਈ। ਐਰੋ ਲਾ ਕੇ ਦੂਸਰੀ ਗੱਲ ਲਿਖਾਂਗੇ। ਨਾਓ ਐਰੋ ਲਾ ਕੇ ਲਿਖਿਓ। ਨਾਓ when Q2 is moved, when Q2 is moved from infinity to B, ਜਦੋਂ Q2 ਨੂੰ ਇਨਫਿਨਿਟੀ ਤੋਂ B ਵੱਲ ਨੂੰ ਮੂਵ ਕਰਵਾਈਏ, then it behaves as a test charge। एक टेस्ट चार्ज की तरह बिहेव करता in the electric field of Q1। in the electric field of Q1 ਦੇ इलेक्ट्रिक फील्ड च टेस्ट चार्ज की तरह बिहेव करता। Q2 आ रहा और Q1 ਨੂੰ ਧੱਕਾ ਮਾਰਿਆ ਤਾਂ इलेक्ट्रिक फील्ड आए R डिस्टेंस ਤੇ ਆਉਣਾ। ਇਹਦਾ ਮਤਲਬ ਇਹ ਆ ਵੀ ਮੈਂ ਇੱਥੋਂ ਤੱਕ ਲਿਆਉਣ ਵਾਸਤੇ ਵਰਕ ਪਤਾ ਕਰਨਾ। ਔਰ ਇੱਕ ਗੱਲ ਪੜਾਈ ਹੋਈ ਹੈ ਤੁਹਾਨੂੰ, ਇਨਫਿਨਿਟੀ ਤੋਂ ਕਿਸੇ ਵੀ ਪੁਆਇੰਟ ਤੱਕ ਕੀਤਾ ਗਿਆ ਵਰਕ अपॉन टेस्ट चार्ज की वैल्यू पोटेंशियल के बराबर होंगी है। हजे कल ही टॉपिक करवाया 2 दिन पहला। समझ आ रही गल कि नहीं आ रही? तो की लिखांगे? नाउ नवी लाइन तो लिखो, इफ V is the electric potential, if V is the electric potential at B due to Q1, जे Q1 ਦਾ ਇਲੈਕਟ੍ਰਿਕ ਪੋਟੈਂਸ਼ੀਅਲ B ਪੁਆਇੰਟ ਤੇ V ਹੋਵੇ ਤਾਂ V ਦੀ ਵੈਲਿਊ ਕਿੰਨੀ ਆ ਗਈ? ਇੱਕ ਮਿੰਟ ਰੁਕੋ। then V is equal to ਆ ਜਾਊਗਾ work W2 upon test charge Q2। W2 upon Q2 ਗੱਲ ਸਮਝ ਆਉਣੀ ਚਾਹੀਦੀ ਆ। ਤਾਂ ਮੈਂ ਕੀ ਲਿਖਿਆ? V is equal to W2 is equal to, दूजा वर्क फाइंड करना ना, मेरे दिमाग च यही चल रहा भी टोटल वर्क, मैं टोटल वर्क फाइंड करना। एक वर्क मिल गया, दूजा चाहिए। W2 is equal to Q2 into V। तो पोटेंशियल कितना? पोटेंशियल कितना भी बोलो, किसी पॉइंट चार्ज का दूजे थां ते पोटेंशियल W2 is equal to Q2 into V दी वैल्यू पुट करती 1/4 pi epsilon naught Q1 by R। जिन्हों समझ नहीं आया पूछ लो, जिन्हों समझ नहीं आया पूछ लो।
जल्दी करो, टॉपिक पूरा करिए। ये साडी इक्वेशन नंबर कितनी आ गई पुत्रो? 2। ऐड कर दो, आंसर आ गया। नाउ इलेक्ट्रिक पोटेंशियल एनर्जी, इलेक्ट्रिक पोटेंशियल एनर्जी कितनी आ गई बेटा? ये आ गई U इज इक्वल टू, दो पार्टिकल दी इलेक्ट्रिक पोटेंशियल एनर्जी है, U इज इक्वल टू W1 प्लस W2, जोड़ कर दो, 0 प्लस Q2 इंटू 1/4 पाई एप्सिलॉन नॉट Q1 बाय R। इनू सॉल्व कर लो, आंसर आ गया ਤੁਹਾਡਾ। पोटेंशियल एनर्जी इज इक्वल टू 1/4 पाई एप्सिलॉन नॉट Q1 Q2 बाय R। ये भी पढ़ाया हुआ फार्मूला, किते देखो पिछले डेरिवेशन चेक करके देखो ये आंसर कितने आया। कल आप ये बारे फर्दर डिस्कस करांगे। ये साडी 2 पॉइंट चार्जेस दी पोटेंशियल एनर्जी आ, और मैनू पूरी उम्मीद है तुहानू समझ आया। ठीक है, अज इन्ना बहुत है बेटा, कल इसनू अगे कंटिन्यू करांगे।